ਤਾਂ ਜਿਹੜੇ ਨਾਨ ਐਸਜੀਐਸ ਪ੍ਰੋਫਾਈਲਸ ਹੈ ਉਹਨਾਂ ਨੂੰ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਰਿਫਿਊਜ਼ਲ ਦੇ ਰਿਹਾ ਹੈ। ਇੱਕ ਚ 5.5 ਵਾਲੀ ਪ੍ਰੋਫਾਈਲ ਦੇ ਵੀਜ਼ਾ ਨਹੀਂ ਆ ਰਹੇ। ਕੀ ਹੁਣ ਯੂਕੇ ਦੇ ਵਿੱਚ ਪੀਆਰ ਲੈਣੀ ਈਜ਼ੀ ਹੋ ਸਕਦੀ ਹੈ? ਡੈਫੀਨਿਟਲੀ ਹੋ ਸਕਦੀ ਹੈ ਕਿ ਉਹਨਾਂ ਦੀ ਗਵਰਨਮੈਂਟ ਨੇ ਕਰਤੀ ਈਜ਼ੀ। ਉਹਨਾਂ ਦੀ ਗਵਰਨਮੈਂਟ ਨੇ ਕਲੀਅਰਲੀ ਆਪਾਂ ਨੂੰ ਗਾਈਡਲਾਈਨਸ ਦੇਤੀਆਂ, ਪੁਆਇੰਟ ਬੇਸਡ ਸਿਸਟਮ ਬਣਾ ਕੇ ਦੇਤਾ ਕਿ ਜੇ ਤੁਹਾਡੇ ਇੰਨੇ ਪੁਆਇੰਟ ਬਣਦੇ ਆ ਤਾਂ ਅਸੀਂ ਤੁਹਾਨੂੰ ਪੀਆਰ ਆਫਰ ਕਰਾਂਗੇ। ਤੇ ਯੂਨੀਵਰਸਿਟੀ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਜਾਂ ਤਾਂ ਬੈਚਲਰ ਡਿਗਰੀ ਪ੍ਰੋਵਾਈਡ ਕਰਵਾਉਂਦੇ ਆ ਜਾਂ ਫਿਰ ਸਟੂਡੈਂਟਸ ਨੂੰ ਅਸੀਂ ਮਾਸਟਰ ਡਿਗਰੀ ਪ੍ਰੋਵਾਈਡ ਕਰਵਾਉਂਦੇ ਆ। ਤੇ ਇਹਨਾਂ ਦੋਨਾਂ ਪ੍ਰੋਗਰਾਮਸ ਦੇ ਵਿੱਚ ਸਟੂਡੈਂਟਸ ਨੂੰ 2000 ਪਾਉਂਡ ਤੋਂ ਲੈ ਕੇ 5000 ਪਾਉਂਡ ਤੱਕ ਦੀ ਸਕਾਲਰਸ਼ਿਪ ਮਿਲਦੀ ਹੈ। ਮੀਨਸ ਕਿ ਜੇ ਆਪਾਂ ਇੰਡੀਅਨ ਰੂਪੀਸ ਦੇ ਵਿੱਚ ਗੱਲ ਕਰੀਏ ਤਾਂ 2 ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਸਟੂਡੈਂਟ ਨੂੰ ਸਕਾਲਰਸ਼ਿਪ ਮਿਲਦੀ ਹੈ। ਹੁਣ ਅੱਜ ਦੀ ਡੇਟ ਦੇ ਵਿੱਚ ਵੀ ਯੂਕੇ ਦਾ ਜਿਹੜਾ ਵੀਜ਼ਾ ਸਕਸੈਸ ਰੇਸ਼ੋ ਹੈ ਉਹ 100% ਹੈ। ਉਹ ਸਿਰਫ ਤਾਂ ਹੀ ਹੈ ਜੇ ਯੂਕੇ ਬੈਨੀਫਿਟ ਦੇ ਰਿਹਾ ਹੈ। ਯੂਕੇ ਤੁਹਾਨੂੰ ਬੈਨੀਫਿਟ ਦੇ ਰਿਹਾ ਹੈ ਕਿ ਤੁਸੀਂ ਗੈਪ ਦੇ ਨਾਲ ਆਪਣੀ ਫਾਈਲ ਲਾ ਸਕਦੇ ਹੋ, ਤੁਸੀਂ ਵਿਦਆਊਟ ਆਇਲਸ ਆਪਣੀ ਫਾਈਲ ਲਾ ਸਕਦੇ ਹੋ, ਤੁਸੀਂ 3000 ਤੋਂ 5000 ਪਾਉਂਡ ਭਰ ਕੇ ਵੀ ਆਪਣੀ ਫਾਈਲ ਲਾ ਸਕਦੇ ਹੋ। ਤੁਸੀਂ ਯੂਕੇ ਦੇ ਵਿੱਚ ਪੁਆਇੰਟ ਬੇਸਡ ਪੀਆਰ ਅਪਲਾਈ ਕਰ ਸਕਦੇ ਹੋ ਤੇ ਪੀਆਰ ਮਿਲਣ ਤੋਂ ਬਾਅਦ ਜਦੋਂ ਤੁਹਾਡੇ ਹੱਥ ਰੈੱਡ ਪਾਸਪੋਰਟ ਆ ਗਿਆ ਤਾਂ ਰੈੱਡ ਪਾਸਪੋਰਟ ਨਾਲ ਤੁਹਾਨੂੰ ਵੀ ਪਤਾ ਹੈ ਕਿ ਇੰਗਲੈਂਡ ਦਾ ਪਾਸਪੋਰਟ ਕਿੰਨਾ ਜ਼ਿਆਦਾ ਵੈਲਿਊਏਬਲ ਹੈ ਤੇ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਉੱਤੇ ਜਾ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਿਯੰਕਾ ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਗੱਲ ਕਰਨ ਜਾ ਰਹੇ ਹਾਂ ਵਿਦੇਸ਼ ਦੀ। ਵਿਦੇਸ਼ ਜਾਣ ਦੇ ਚਾਹਵਾਨ ਜਿਹੜੇ ਵਿਦਿਆਰਥੀ ਨੇ, ਸੋ ਜਦੋਂ ਉਹਨਾਂ ਦੇ ਪਾਸਪੋਰਟ ਤੇ ਇੱਕ ਰਿਫਿਊਜ਼ਲ ਲੱਗ ਜਾਂਦੀ ਹੈ ਤੇ ਉਹਨਾਂ ਦੇ ਮਨ ਦੇ ਵਿੱਚ ਡਰ ਬੈਠ ਜਾਂਦਾ ਹੈ ਕਿ ਮੈਂ ਹੁਣ ਕਦੇ ਬਾਹਰ ਜਾ ਪਾਵਾਂਗਾ ਕਿ ਨਹੀਂ, ਕਿ ਮੈਂ ਆਪਣਾ ਭਵਿੱਖ ਸਵਾਰ ਪਾਵਾਂਗਾ ਕਿ ਨਹੀਂ। ਗੱਲ ਕਰਨ ਲੱਗਿਆ ਜੀ ਆਈ ਵੀਜ਼ਾ ਤੋਂ ਸੁਖਵਿੰਦਰ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸੁਖਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਇੱਕ ਸਟੂਡੈਂਟ ਦੀ ਗੱਲ ਕਰ ਲੈਂਦੇ ਆ ਕਿ ਸਟੂਡੈਂਟ ਜਦੋਂ ਆਪਣਾ ਕੈਨੇਡਾ, ਯੂਕੇ ਜਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਲਗਵਾਉਣ ਦੇ ਲਈ ਜਾਂਦਾ ਹੈ, ਸਭ ਤੋਂ ਪਹਿਲਾਂ ਉਹਦੇ ਮਨ ਦੇ ਵਿੱਚ ਇਹੀ ਡਰ ਹੁੰਦਾ ਹੈ ਕਿ ਜੇਕਰ ਰਿਫਿਊਜ਼ਲ ਆ ਜਾਂਦੀ ਹੈ ਤਾਂ ਮੈਂ ਉਹ ਰਿਫਿਊਜ਼ਲ ਤੋਂ ਬਾਅਦ ਬਾਹਰ ਜਾ ਸਕਦਾ ਕਿ ਨਹੀਂ ਜਾ ਸਕਦਾ। ਸੋ ਅੱਜ ਦਾ ਮੇਰਾ ਟੌਪਿਕ ਹੈ ਉਹ ਹੈ ਰਿਫਿਊਜ਼ਲ ਕੇਸਿਸ ਨੂੰ ਲੈ ਕੇ। ਸੋ ਬਹੁਤ ਸਾਰੇ ਇਦਾਂ ਦੇ ਵਿਦਿਆਰਥੀ ਨੇ ਜਿਹੜੇ ਕਿ ਪ੍ਰੋਗਰਾਮ ਨੂੰ ਦੇਖ ਰਹੇ ਨੇ ਜਿਨ੍ਹਾਂ ਦੇ ਪਾਸਪੋਰਟ ਤੇ ਅੱਜ ਵੀ ਰਿਫਿਊਜ਼ਲ ਲੱਗ ਚੁੱਕੀ ਹੈ। ਸੋ ਗੱਲ ਕਰਾਂਗੇ ਯੂਕੇ ਦੀ, ਜਿਹਨੂੰ ਲੈ ਕੇ ਅੱਜ ਓਪਰਚੁਨਿਟੀਜ਼ ਮਿਲ ਰਹੀਆਂ ਨੇ ਬਹੁਤ ਸਾਰੇ ਕਿ ਵਿਦਿਆਰਥੀ ਉੱਥੇ ਆਣ ਸਟੱਡੀ ਕਰਨ। ਤੇ ਤੁਹਾਨੂੰ ਕੀ ਲੱਗਦਾ ਹੈ ਰਿਫਿਊਜ਼ਲ ਕੇਸਿਸ ਐਕਸੈਪਟ ਕਰ ਰਿਹਾ ਯੂਕੇ? ਜੀ ਪ੍ਰਿਯੰਕਾ ਜੀ, ਤੁਹਾਡਾ ਕੁਐਸਚਨ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਉਂਕਿ ਕਈ ਸਟੂਡੈਂਟਸ ਦੀ ਜਦੋਂ ਰਿਫਿਊਜ਼ਲ ਆਂਦੀ ਹੈ ਤਾਂ ਉਹਨਾਂ ਨੂੰ ਇਹ ਲੱਗਦਾ ਕਿ ਸਾਡੀ ਰਿਫਿਊਜ਼ਲ ਆ ਗਈ ਤੇ ਹੁਣ ਸਾਡਾ ਅੱਗੇ ਕੋਈ ਵੀ ਫਿਊਚਰ ਨਹੀਂ ਹੈਗਾ। ਅਸੀਂ ਕੈਨੇਡਾ ਅਪਲਾਈ ਕੀਤਾ ਸੀ, ਸਾਡੀ 6 ਜਾਂ 8 ਮਹੀਨੇ ਬਾਅਦ ਇੱਕ ਇਨਟੇਕ ਨਿਕਲ ਗਿਆ ਤੇ ਉਸ ਤੋਂ ਬਾਅਦ ਦੂਜਾ ਇਨਟੇਕ ਵੀ ਸਾਡਾ ਜਿਹੜਾ ਹੈਗਾ ਉਹ ਨਿਕਲ ਗਿਆ ਤੇ ਹੁਣ ਸਾਡੀ ਰਿਫਿਊਜ਼ਲ ਆ ਗਈ ਤੇ ਹੁਣ ਅਸੀਂ ਅੱਗੇ ਕਿਸੇ ਹੋਰ ਕੰਟਰੀ 'ਚ ਅਪਲਾਈ ਕਰ ਸਕਦੇ ਹਾਂ ਜਾਂ ਫਿਰ ਅਸੀਂ ਕੈਨੇਡਾ ਹੀ ਦੁਬਾਰਾ ਅਪਲਾਈ ਕਰੀਏ। ਜਿੱਥੋਂ ਤੱਕ ਆਪਾਂ ਕੈਨੇਡਾ ਦਾ ਸਵਾਲ ਹੈ, ਕੈਨੇਡਾ ਦੀ ਗੱਲ ਕਰੀਏ ਤਾਂ ਜਿਹੜੇ ਨਾਨ ਐਸਜੀਐਸ ਪ੍ਰੋਫਾਈਲਸ ਹੈ ਉਹਨਾਂ ਨੂੰ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਰਿਫਿਊਜ਼ਲ ਦੇ ਰਿਹਾ ਹੈ। ਇੱਕ ਚ 5.5 ਵਾਲੀ ਪ੍ਰੋਫਾਈਲ ਦੇ ਵੀਜ਼ਾ ਨਹੀਂ ਆ ਰਹੇ ਜੀ। ਉਸ ਸਟੂਡੈਂਟਸ ਨੂੰ ਮੇਰੀ ਸਿਰਫ ਇਹੀ ਸਲਾਹ ਹੈ ਕਿ ਤੁਸੀਂ ਆਪਣਾ ਫਿਊਚਰ ਦੇਖਦੇ ਹੋਏ, ਆਪਣਾ ਸਮਾਂ ਤੇ ਪੈਸਾ ਦੇਖਦੇ ਹੋਏ, ਜੇ ਤੁਸੀਂ ਇਹ ਦੋਨੋਂ ਚੀਜ਼ਾਂ ਖਰਾਬ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣਾ ਯੂਕੇ ਚ ਅਪਲਾਈ ਕਰੋ ਜੀ। ਉਹ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਰਹੀ ਹਾਂ, ਤੁਸੀਂ ਇੱਥੇ ਕੈਨੇਡਾ ਦੀ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਇੱਕ ਦੇ ਵਿੱਚੋਂ ਜੇਕਰ 5.5 ਆਉਂਦੇ ਨੇ ਤਾਂ ਜਿਹੜਾ ਕਿ ਸਟੂਡੈਂਟ ਹੈ ਅਪਲਾਈ ਨਾ ਕਰੇ ਕੈਨੇਡਾ ਦੇ ਲਈ ਰਿਫਿਊਜ਼ਲ ਆ ਸਕਦੀ ਹੈ। ਸੋ ਗੱਲ ਕਰਾਂਗੇ ਤੇ ਕੈਨੇਡਾ ਪਲੱਸ ਯੂਕੇ ਦੀ, ਜੇ ਅਸੀਂ ਦੋਨੋਂ ਕੰਟਰੀਜ਼ ਦਾ ਕੰਪੈਰੀਜ਼ਨ ਕਰਦੇ ਹਾਂ ਕੀ ਬੈਨੀਫਿਟਸ ਯੂਕੇ ਦੇ ਰਿਹਾ ਰਿਫਿਊਜ਼ਲ ਕੇਸਿਸ ਨੂੰ? ਦੇਖੋ, ਕੈਨੇਡਾ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਕਿਸੇ ਵੀ ਕੰਟਰੀ ਨਾਲ ਕਿਉਂਕਿ ਕੈਨੇਡਾ ਇਕਨੋਮੀ ਵਾਈਜ਼ ਜਾਂ ਆਪਾਂ ਕਹੀਏ ਏਰੀਆ ਵਾਈਜ਼, ਲੈਂਗੁਏਜ ਵਾਈਜ਼ ਜਾਂ ਉੱਥੇ ਜਿਹੜੀ ਪੋਪੂਲੇਸ਼ਨ ਹੈ ਉਹਦਾ ਇੱਕ ਅਲੱਗ ਹੀ ਸਟੈਂਡਰਡ ਹੈ। ਬਟ ਜੇ ਆਪਾਂ ਯੂਕੇ ਨਾਲ ਉਹਦੀ ਫੈਸਿਲਿਟੀਜ਼ ਨੂੰ ਕੰਪੇਅਰ ਕਰੀਏ ਤਾਂ ਜਿਵੇਂ ਕੈਨੇਡਾ ਆਪਣੇ ਸਟੂਡੈਂਟਸ ਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿੰਦਾ ਹੈ ਆਫਟਰ ਸਟੱਡੀ, ਜਿਵੇਂ ਕੈਨੇਡਾ ਆਪਣੇ ਸਟੂਡੈਂਟਸ ਨੂੰ ਪੋਸਟ ਸਟੱਡੀ ਵਰਕ ਪਰਮਿਟ ਤੋਂ ਬਾਅਦ ਉਹਨਾਂ ਨੂੰ ਪੀਆਰ ਆਫਰ ਕਰਦਾ ਹੈ, ਸੇਮ ਉਦਾਂ ਹੀ ਯੂਕੇ ਨੇ ਵੀ ਸਟਾਰਟ ਕਰਤਾ। 1 ਜਨਵਰੀ 2021 ਨੂੰ ਯੂਕੇ ਨੇ ਆਪਣਾ ਪੁਆਇੰਟ ਬੇਸਡ ਪੀਆਰ ਸਿਸਟਮ ਲਾਂਚ ਕੀਤਾ। ਉਸ ਤੋਂ ਪਹਿਲਾਂ 2019 ਦੇ ਵਿੱਚ ਜਦੋਂ ਐਪਲੀਕੇਸ਼ਨਸ ਲੱਗਣੀਆਂ ਸ਼ੁਰੂ ਹੋਈਆਂ ਬ੍ਰੈਗਜ਼ਿਟ ਤੋਂ ਬਾਅਦ ਯੂਕੇ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸਟਾਰਟ ਕਰਤਾ 2 ਸਾਲ ਦਾ। ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਸਟੂਡੈਂਟ ਕੈਨੇਡਾ ਨੂੰ ਆਪਣੀ ਡ੍ਰੀਮ ਡੈਸਟੀਨੇਸ਼ਨ ਮੰਨਦੇ ਸੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਹੁਣ ਯੂਕੇ ਦੇ ਵਿੱਚ ਪੀਆਰ ਲੈਣੀ ਈਜ਼ੀ ਹੋ ਸਕਦੀ ਹੈ? ਡੈਫੀਨਿਟਲੀ ਹੋ ਸਕਦੀ ਹੈ ਕਿ ਉਹਨਾਂ ਦੀ ਗਵਰਨਮੈਂਟ ਨੇ ਕਰਤੀ ਈਜ਼ੀ। ਉਹਨਾਂ ਦੀ ਗਵਰਨਮੈਂਟ ਨੇ ਕਲੀਅਰਲੀ ਆਪਾਂ ਨੂੰ ਗਾਈਡਲਾਈਨਸ ਦੇਤੀਆਂ, ਪੁਆਇੰਟ ਬੇਸਡ ਸਿਸਟਮ ਬਣਾ ਕੇ ਦੇਤਾ ਕਿ ਜੇ ਤੁਹਾਡੇ ਇੰਨੇ ਪੁਆਇੰਟ ਬਣਦੇ ਆ ਤਾਂ ਅਸੀਂ ਤੁਹਾਨੂੰ ਪੀਆਰ ਆਫਰ ਕਰਾਂਗੇ। ਸੋ ਗੱਲ ਕਰ ਰਹੇ ਹਾਂ ਜੀ ਪੀਆਰ ਦੀ। ਹੁਣ ਯੂਕੇ ਦੇ ਵਿੱਚ ਵੀ ਤੁਸੀਂ ਪੀਆਰ ਈਜ਼ੀਲੀ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ ਕਹਿਣਾ ਸੁਖਵਿੰਦਰ ਜੀ ਦਾ। ਸੋ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ 80709 81709 ਤੇ ਆਈ ਵੀਜ਼ਾ ਖੰਨੇ ਤੋਂ ਬਹੁਤ ਜ਼ਿਆਦਾ ਵੀਜ਼ਾ ਜਿਹੜੇ ਕਿ ਲਗਵਾ ਚੁੱਕੇ ਨੇ ਬੀਤੇ ਕੁਝ ਸਾਲਾਂ ਦੇ ਵਿੱਚ। ਸੋ ਯੂਕੇ ਦੀ ਹੀ ਅਸੀਂ ਗੱਲ ਕਰ ਰਹੇ ਹਾਂ। ਹੁਣ ਸਕਾਲਰਸ਼ਿਪ ਦੀ ਗੱਲ ਕਰਨਾ ਚਾਹਾਂਗੀ ਮੈਂ। ਤੁਸੀਂ ਦੱਸਿਆ ਕਿ ਯੂਕੇ ਰਿਫਿਊਜ਼ਲ ਕੇਸਿਸ ਐਕਸੈਪਟ ਕਰ ਰਿਹਾ ਹੈ, ਪਰ ਕਿਹੜੇ ਸਟੂਡੈਂਟਸ ਨੇ ਜਿਨ੍ਹਾਂ ਨੂੰ ਸਕਾਲਰਸ਼ਿਪ ਦਾ ਬੈਨੀਫਿਟ ਵੀ ਉੱਥੇ ਮਿਲ ਸਕਦਾ ਹੈ? ਸੋ ਕਿਹੜੀ ਯੂਨੀਵਰਸਿਟੀਜ਼, ਕਾਲਜ ਇਹ ਬੈਨੀਫਿਟ ਦੇ ਰਹੀਆਂ ਨੇ?
ਪ੍ਰਿੰਕਾ ਜੀ ਆਪਾਂ ਜੇ ਸਕਾਲਰਸ਼ਿਪ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਆਈ ਵੀਜ਼ਾ ਇਮੀਗ੍ਰੇਸ਼ਨ ਸਿਰਫ ਔਰ ਸਿਰਫ ਯੂਨੀਵਰਸਿਟੀਜ਼ ਦੇ ਵਿੱਚ ਹੀ ਡੀਲ ਕਰਦਾ ਹੈ ਯੂਕੇ 'ਚ ਤੇ ਯੂਨੀਵਰਸਿਟੀ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਜਾਂ ਤਾਂ ਬੈਚਲਰ ਡਿਗਰੀ ਪ੍ਰੋਵਾਈਡ ਕਰਵਾਉਂਦੇ ਆ ਜਾਂ ਫਿਰ ਸਟੂਡੈਂਟਸ ਨੂੰ ਅਸੀਂ ਮਾਸਟਰ ਡਿਗਰੀ ਪ੍ਰੋਵਾਈਡ ਕਰਵਾਉਂਦੇ ਆ ਤੇ ਇਹਨਾਂ ਦੋਨਾਂ ਪ੍ਰੋਗਰਾਮਸ ਦੇ ਵਿੱਚ ਸਟੂਡੈਂਟਸ ਨੂੰ 2000 ਪਾਉਂਡ ਤੋਂ ਲੈ ਕੇ 5000 ਪਾਉਂਡ ਤੱਕ ਦੀ ਸਕਾਲਰਸ਼ਿਪ ਮਿਲਦੀ ਹੈ ਮੀਨਸ ਕਿ ਜੇ ਆਪਾਂ ਇੰਡੀਅਨ ਰੂਪੀਸ ਦੇ ਵਿੱਚ ਗੱਲ ਕਰੀਏ ਤਾਂ 2 ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਸਟੂਡੈਂਟ ਨੂੰ ਸਕਾਲਰਸ਼ਿਪ ਮਿਲਦੀ ਹੈ ਬਟ ਕੈਪੇਬਿਲਿਟੀ ਦੀ ਗੱਲ ਕਰਾਂਗੇ ਕਿਹੜੇ ਸਟੂਡੈਂਟ ਤੁਸੀਂ ਮੰਨਦੇ ਹੋ ਕਿ ਕੈਪੇਬਲ ਹੁੰਦੇ ਨੇ ਜਿਨ੍ਹਾਂ ਨੂੰ ਸਕਾਲਰਸ਼ਿਪ ਦਿੰਦੀ ਹੈ ਯੂਨੀਵਰਸਿਟੀ ਜੀ ਪ੍ਰਿੰਕਾ ਜੀ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੇ ਜਿਹੜੀਆਂ ਕਿ ਸਿਰਫ ਔਰ ਸਿਰਫ 70% ਓਵਰਆਲ ਮਾਰਕਸ ਜੇ ਤੁਹਾਡੇ ਪਲੱਸ 2 ਦੇ ਵਿੱਚੋਂ 70% ਓਵਰਆਲ ਮਾਰਕਸ ਨੇ ਤਾਂ ਤੁਹਾਨੂੰ ਇੰਨੇ ਕੁ ਓਵਰਆਲ ਮਾਰਕਸ ਦੇ ਉੱਤੇ ਤੁਹਾਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਉਸ ਤੋਂ ਬਾਅਦ ਜੇ ਤੁਹਾਡੇ ਇੰਗਲਿਸ਼ ਦੇ ਵਿੱਚ ਮਾਰਕਸ ਬਹੁਤ ਅੱਛੇ ਨੇ ਤਾਂ ਤੁਹਾਨੂੰ ਇੰਗਲਿਸ਼ ਦੀ ਜਿਹੜੀ ਇੰਗਲਿਸ਼ ਲੈਂਗੁਏਜ ਕੈਪੇਬਿਲਿਟੀ ਦੇ ਅਕੋਰਡਿੰਗ ਤੁਹਾਨੂੰ ਸਕਾਲਰਸ਼ਿਪ ਮਿਲ ਜਾਂਦੀ ਹੈ ਜਾਂ ਫਿਰ ਜੇ ਤੁਸੀਂ ਆਇਲਸ ਕੀਤੀ ਹੋਈ ਹੈ 6 ਓਵਰਆਲ ਕਿਸੇ ਵੀ ਇੱਕ ਜਾਂ ਦੋ ਮੋਡਿਊਲ ਚ 5.5 ਨੇ ਪਲੱਸ 2 ਤੋਂ ਬਾਅਦ ਤਾਂ ਵੀ ਤੁਸੀਂ ਸਕਾਲਰਸ਼ਿਪ ਲੈ ਸਕਦੇ ਹੋ ਜੇ ਤੁਸੀਂ ਯੂਕੇ ਦੇ ਵਿੱਚ ਮਾਸਟਰਸ ਕਰ ਰਹੇ ਹੋ ਤਾਂ ਮਾਸਟਰ ਦੇ ਵਿੱਚ 6.5 not less than 5.5 ਤੇ ਵੀ ਯੂਨੀਵਰਸਿਟੀਜ਼ ਸਕਾਲਰਸ਼ਿਪ ਆਫਰ ਕਰ ਰਹੀਆਂ ਨੇ ਸੁਖਿੰਦਰ ਜੀ ਇੱਕ ਸਮਾਂ ਹੁੰਦਾ ਸੀ ਜਦੋਂ ਕਿ ਬੱਚਿਆਂ ਨੂੰ ਕੈਨੇਡਾ ਜਾਣ ਦਾ ਕ੍ਰੇਜ਼ ਹੁੰਦਾ ਸੀਗਾ ਤੇ ਅੱਜ ਵੀ ਜਿਹੜੇ ਕਿ ਸਟੂਡੈਂਟਸ ਹੈ ਕੈਨੇਡਾ ਹੀ ਜਾਣਾ ਚਾਹੁੰਦੇ ਨੇ ਬਟ ਯੂਕੇ ਨੇ ਜਦੋਂ ਤੋਂ ਆਪਣੇ ਵੀਜ਼ਾ ਖੋਲੇ ਨੇ ਸਟੂਡੈਂਟਸ ਲਈ ਉਹ ਗੈਪ ਐਕਸੈਪਟ ਕਰ ਰਿਹਾ ਹੈ ਸਕਾਲਰਸ਼ਿਪਸ ਦੇ ਰਿਹਾ ਹੋਰ ਬੜੇ ਜ਼ਿਆਦਾ ਬੈਨੀਫਿਟਸ ਦੇ ਰਿਹਾ ਅਗਰ ਆਈ ਵੀਜ਼ਾ ਦੇ ਸੁਖਵਿੰਦਰ ਜੀ ਸੁਜੈਸਟ ਕਰਦੇ ਨੇ ਕਿ ਸਟੂਡੈਂਟ ਨੂੰ ਕਿ ਯੂਕੇ ਦੇ ਵਿੱਚ ਜਾ ਕੇ ਸਟੱਡੀ ਕਰੋ ਤਾਂ ਕੀ ਬੈਨੀਫਿਟਸ ਤੁਹਾਨੂੰ ਲੱਗਦੇ ਨੇ ਕਿ ਇੱਕ ਸਟੂਡੈਂਟ ਲਈ ਚੰਗੇ ਹੋਣਗੇ ਦੇਖੋ ਯੂਕੇ ਦੇ ਬੈਨੀਫਿਟਸ ਦੇਖ ਕੇ ਹੀ ਜਿਹੜੇ ਇੰਨੇ ਸਾਰੇ ਸਟੂਡੈਂਟਸ ਨੇ ਉਹ ਯੂਕੇ ਦੇ ਵਿੱਚ ਅਪਲਾਈ ਕਰ ਰਹੇ ਨੇ ਆਪਾਂ ਨੰਬਰਸ ਦੀ ਗੱਲ ਕਰੀਏ ਜੇ ਆਪਾਂ 2019 ਤੋਂ 20 ਦੀ ਗੱਲ ਕਰੀਏ ਤੇ ਅੱਜ 2022 ਦੇ ਵਿੱਚ ਉਹ ਜਿਹੜੇ ਨੰਬਰ ਨੇ ਉਹ ਡੇ ਬਾਏ ਡੇ ਇਨਕਰੀਜ਼ ਹੋ ਰਹੇ ਨੇ ਜੀ ਯੂਕੇ ਨੂੰ 6 ਲੱਖ ਸਟੂਡੈਂਟਸ ਚਾਹੀਦੇ ਸੀਗੇ ਬਟ ਉਹ ਜਿਹੜਾ 6 ਲੱਖ ਵਾਲਾ ਨੰਬਰ ਸੀਗਾ ਉਹ ਬਹੁਤ ਜਲਦੀ ਕ੍ਰਾਸ ਹੋ ਗਿਆ ਹੁਣ ਅੱਜ ਦੀ ਡੇਟ ਦੇ ਵਿੱਚ ਵੀ ਯੂਕੇ ਦਾ ਜਿਹੜਾ ਵੀਜ਼ਾ ਸਕਸੈਸ ਰੇਸ਼ੋ ਹੈ ਉਹ 100% ਹੈ ਉਹ ਸਿਰਫ ਤਾਂ ਹੀ ਹੈ ਜੇ ਯੂਕੇ ਬੈਨੀਫਿਟ ਦੇ ਰਿਹਾ ਹੈ ਯੂਕੇ ਤੁਹਾਨੂੰ ਬੈਨੀਫਿਟ ਦੇ ਰਿਹਾ ਹੈ ਕਿ ਤੁਸੀਂ ਗੈਪ ਦੇ ਨਾਲ ਆਪਣੀ ਫਾਈਲ ਲਾ ਸਕਦੇ ਹੋ ਤੁਸੀਂ ਵਿਦਆਊਟ ਆਇਲਸ ਆਪਣੀ ਫਾਈਲ ਲਾ ਸਕਦੇ ਹੋ ਤੁਸੀਂ 3000 ਤੋਂ 5000 ਪਾਉਂਡ ਭਰ ਕੇ ਵੀ ਆਪਣੀ ਫਾਈਲ ਲਾ ਸਕਦੇ ਹੋ ਤੁਹਾਡਾ ਜੇ ਤੁਹਾਡੇ ਕੋਲ ਐਕਸਪੀਰੀਅੰਸ ਹੈ ਤੁਹਾਡੇ ਕੋਲ ਪ੍ਰੋਪਰ ਜਸਟੀਫਿਕੇਸ਼ਨ ਹੈ ਤੁਹਾਡਾ 10 ਤੋਂ 12 ਸਾਲ ਤੱਕ ਦਾ ਗੈਪ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਐਡੇ ਵੱਡੇ ਗੈਪ ਨਾਲ ਕੋਈ ਹੋਰ ਕੰਟਰੀ ਤੁਹਾਨੂੰ ਵੀਜ਼ਾ ਦੇ ਸਕਦਾ ਸੀਰੀਅਸਲੀ 10 ਤੋਂ 12 ਸਾਲ ਦੇ ਗੈਪ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੀ ਕੰਟਰੀ ਹੈ ਜਿਹੜਾ ਕਿ ਵੀਜ਼ਾ ਨਹੀਂ ਦਿੰਦੀ ਐਕਸਪਲੇਨੇਸ਼ਨ ਮੰਗੀ ਜਾਂਦੀ ਹੈ ਪਰ ਜੇਕਰ ਤੁਹਾਡੇ ਕੋਲ ਜਸਟੀਫਿਕੇਸ਼ਨ ਹੈ ਤਾਂ ਯੂਕੇ ਤੁਹਾਨੂੰ ਵੀਜ਼ਾ ਦੇਗਾ ਰਿਫਿਊਜ਼ਲ ਕੇਸਿਸ ਦੀ ਗੱਲ ਕੀਤੀ ਸੀ ਅਸੀਂ ਦੱਸ ਰਹੇ ਸੀ ਕਿ ਰਿਫਿਊਜ਼ਲ ਕੇਸਿਸ ਆਖਿਰਕਾਰ ਜੇਕਰ ਯੂਕੇ ਲਈ ਅਪਲਾਈ ਕਰਨ ਤਾਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਨੇ ਕਿ ਉਹਨਾਂ ਨੂੰ ਸਕਾਲਰਸ਼ਿਪ ਮਿਲ ਸਕਦੀ ਹੈ ਸੋ ਸਕਾਲਰਸ਼ਿਪ ਦੇ ਕੀ ਪੁਆਇੰਟਸ ਨੇ ਜਿਸ ਸੰਬੰਧੀ ਆਈ ਵੀਜ਼ਾ ਤੋਂ ਸੁਖਵਿੰਦਰ ਜੀ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਦੱਸਿਆ ਕਿ ਇਸ ਤਰ੍ਹਾਂ ਕਰਕੇ ਸਟੂਡੈਂਟ ਹੈ ਜਿਹੜੇ ਕਿ ਅਪਲਾਈ ਕਰ ਸਕਦੇ ਨੇ ਫਿਰ ਵੀ ਤੁਸੀਂ 80709 ਤੇ 81709 ਤੇ ਕਾਲ ਕਰਕੇ ਸਾਰੀ ਜਾਣਕਾਰੀ ਯੂਕੇ ਸੰਬੰਧਿਤ ਜਾਂ ਫਿਰ ਤੁਹਾਡਾ ਵੀਜ਼ੇ ਤੁਹਾਡੇ ਪਾਸਪੋਰਟ ਤੇ ਰਿਫਿਊਜ਼ਲ ਲੱਗ ਆ ਚੁੱਕੀ ਹੈ ਕਿਸੇ ਕੰਟਰੀ ਦੀ ਫਿਰ ਵੀ ਤੁਸੀਂ ਉਸ ਸੰਬੰਧੀ ਜਾਣਕਾਰੀ ਹਾਸਲ ਕਰ ਸਕਦੇ ਹੋ ਬਾਕੀ ਸਕਰੀਨ ਤੇ ਦਿਖ ਰਹੇ ਐਡਰੈਸ ਰਾਹੀਂ ਤੁਸੀਂ ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਸੋ ਸੁਖਵਿੰਦਰ ਜੀ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੀ ਸਵਾਲ ਇਹ ਹੈ ਕਿ ਤੁਸੀਂ ਗੱਲ ਕੀਤੀ ਸੀ ਬੜੀ ਅਰਲੀ ਯਾਨੀ ਕਿ ਪੀਆਰ ਜਿਹੜਾ ਕਿ ਹੋ ਸਕਦਾ ਹੈ ਹੁਣ ਇੱਕ ਸਟੂਡੈਂਟ ਪੀਆਰ ਤੱਕ ਜਿਹੜਾ ਉਹਦਾ ਰਸਤਾ ਹੁੰਦਾ ਉਹ ਕਿਵੇਂ ਤੈਅ ਕਰਦਾ ਤੇ ਕਿੰਨੀ ਜਲਦੀ ਪੀਆਰ ਯੂਕੇ ਦੇ ਵਿੱਚ ਮਿਲ ਸਕਦੀ ਹੈ ਪ੍ਰਿੰਕਾ ਜੀ ਯੂਕੇ ਦੇ ਵਿੱਚ ਪੀਆਰ ਲੈਣਾ ਅੱਜ ਦੇ ਸਮੇਂ ਦੇ ਵਿੱਚ ਔਖਾ ਨਹੀਂ ਹੈਗਾ ਜੇ ਤੁਸੀਂ ਇੱਕ ਵਧੀਆ ਸਟੂਡੈਂਟ ਹੋ ਤੁਹਾਡੀ ਇੱਥੇ ਇੰਡੀਆ ਦੇ ਵਿੱਚ ਪੜ੍ਹਾਈ ਚੰਗੀ ਹੈ ਤੇ ਤੁਸੀਂ ਇੱਕ ਬੈਚਲਰ ਡਿਗਰੀ ਜਾਂ ਫਿਰ ਤੁਸੀਂ ਮਾਸਟਰ ਡਿਗਰੀ ਲੈ ਕੇ ਯੂਕੇ ਦੇ ਵਿੱਚ ਜਾ ਰਹੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਉੱਥੇ ਆਪਣੀ ਡਿਗਰੀ ਕੰਪਲੀਟ ਕਰੋ ਉਸ ਤੋਂ ਬਾਅਦ ਤੁਹਾਨੂੰ ਜਿਹੜਾ 2 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਦਾ ਹੈ ਤੁਸੀਂ ਉਹ ਕੰਪਲੀਟ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ EMPLOYER ਵੱਲੋਂ ਸਿਰਫ ਔਰ ਸਿਰਫ ਇੱਕ ਸਪਾਂਸਰ ਲੈਟਰ ਚਾਹੀਦੀ ਹੈ ਜਾਂ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ ਤੁਹਾਡੀ ਐਵਰੇਜ ਜਿਹੜੀ ਇਨਕਮ ਹੈ ਸਾਲ ਦੀ 24000 ਪਾਉਂਡ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਜੇ ਤੁਹਾਡੇ ਇਹ ਸਾਰੇ ਪੁਆਇੰਟ ਮੈਚ ਅਪ ਹੁੰਦੇ ਨੇ ਤਾਂ ਤੁਸੀਂ ਯੂਕੇ ਦੇ ਵਿੱਚ ਪੁਆਇੰਟ ਬੇਸਡ ਪੀਆਰ ਅਪਲਾਈ ਕਰ ਸਕਦੇ ਹੋ ਤੇ ਪੀਆਰ ਮਿਲਣ ਤੋਂ ਬਾਅਦ ਜਦੋਂ ਤੁਹਾਡੇ ਹੱਥ ਰੈੱਡ ਪਾਸਪੋਰਟ ਆ ਗਿਆ ਤਾਂ ਰੈੱਡ ਪਾਸਪੋਰਟ ਨਾਲ ਤੁਹਾਨੂੰ ਵੀ ਪਤਾ ਹੈ ਕਿ ਇੰਗਲੈਂਡ ਦਾ ਪਾਸਪੋਰਟ ਕਿੰਨਾ ਜ਼ਿਆਦਾ ਵੈਲਿਊਏਬਲ ਹੈ ਤੇ ਤੁਸੀਂ ਕਿਹੜੀ ਕੰਟਰੀ ਦੇ ਵਿੱਚ ਉੱਤੇ ਜਾ ਸਕਦੇ ਹੋ ਜੀ ਸੋ ਪਾਸਪੋਰਟ ਦੀ ਵੈਲਿਊ ਵੀ ਜਿਹੜੀ ਕਿ ਸੁਖਵਿੰਦਰ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਇੱਥੇ ਦੱਸਿਆ ਹੈ ਕਿ ਤੁਸੀਂ ਕਿਸ ਤਰ੍ਹਾਂ ਸਟੂਡੈਂਟ ਹੈ ਅਪਲਾਈ ਕਰ ਸਕਦਾ ਹੈ ਰਿਫਿਊਜ਼ਲ ਕੇਸਿਸ ਕਿਸ ਤਰ੍ਹਾਂ ਹੈਂਡਲ ਕਰਦੇ ਨੇ ਉਸ ਤੋਂ ਇਲਾਵਾ ਇਹਨਾਂ ਜਾਣਕਾਰੀ ਦਿੱਤੀ ਕਿ ਪੀਆਰ ਕਿੰਨੀ ਕੁ ਜ਼ਿਆਦਾ ਈਜ਼ੀ ਹੋ ਚੁੱਕੀ ਹੈ ਹੁਣ ਯੂਕੇ ਦੇ ਵਿੱਚ ਲੈਣੀ ਤੇ ਜੇਕਰ ਤੁਸੀਂ ਸੋਚ ਰਹੇ ਹੋ ਕਿ ਬਾਹਰ
ਕਰਾਇਆ ਜਾਵੇ, ਪਰ ਦਿਮਾਗ ਦੇ ਵਿੱਚ ਹੈ ਕਿ ਮੇਰੇ ਤੋਂ ਆਇਲਟਸ ਨਹੀਂ ਹੋਣੀ, ਇਸ ਤੋਂ ਇਲਾਵਾ ਮੇਰੇ ਕੋਲ ਇੰਨਾ ਜ਼ਿਆਦਾ ਖਰਚਾ ਨਹੀਂ ਹੈ, ਤੇ ਸਵਾਲ ਆ ਰਿਹਾ ਕਿ ਗੈਪ ਦਾ ਮੈਂ ਕੀ ਕਰਾਂਗਾ। ਫਿਰ ਯੂਕੇ ਲੱਗਦਾ ਕਿ ਤੁਹਾਡੇ ਲਈ ਬੈਸਟ ਕੰਟਰੀ ਹੈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਤੇ 100% ਵੀਜ਼ੇ ਦੀ ਗੱਲ ਕੀਤੀ ਜਾ ਰਹੀ ਹੈ, ਜਿਹੜੀ ਕਿ ਸੁਖਵਿੰਦਰ ਜੀ ਵੱਲੋਂ ਕਹੀ ਜਾ ਰਹੀ ਹੈ ਕਿ 100% ਵੀਜ਼ਾ ਯੂਕੇ ਦੀ ਜਿਹੜੀ ਕਿ ਰੇਸ਼ੋ ਹੈ 100% ਵੀਜ਼ੇ ਦੀ ਰੇਸ਼ੋ ਹੈ। ਸੋ ਇੱਥੇ ਤੁਹਾਨੂੰ ਦੱਸ ਦਈਏ ਕਿ 80709 ਤੇ 81709 ਤੇ ਤੁਸੀਂ ਕਾਲ ਕਰ ਸਕਦੇ ਹੋ। ਸਕਰੀਨ ਤੇ ਦਿਖ ਰਹੇ ਨੰਬਰਾਂ ਰਾਹੀਂ ਇਹਨਾਂ ਦੇ ਆਫਿਸ ਦੇ ਵਿੱਚ ਪਹੁੰਚ ਕੇ ਤੁਸੀਂ ਅਪਾਇੰਟਮੈਂਟ ਲੈ ਕੇ ਗੱਲਬਾਤ ਵੀ ਕਰ ਸਕਦੇ ਹੋ, ਆਪਣੀ ਫਾਈਲ ਵੀ ਸਟੱਡੀ ਕਰਵਾ ਸਕਦੇ ਹੋ। ਸੋ ਜਿਹੜੀ ਕੰਸਲਟੇਸ਼ਨ ਫੀਸ ਹੈ ਜਾਂ ਚਾਰजेस ਹੈ ਬਿਲਕੁਲ ਫ੍ਰੀ ਆਫ ਕਾਸਟ ਹੈ, ਜਾਂ ਕਿਸ ਤਰ੍ਹਾਂ ਦੇ ਚਾਰजेस ਲਓਗੇ? ਦੇਖੋ, ਹਰ ਇੱਕ ਕੰਪਨੀ ਹੈ ਜਿਹੜੀ ਉਹ ਇਸ ਕੰਸਲਟੇਸ਼ਨ ਚਾਰजेस ਤੇ ਜਾਂ ਫਿਰ ਆਪਾਂ ਕਹੀਏ ਜਿਹੜੇ ਵੀਜ਼ਾ ਲਗਾਉਣ ਤੋਂ ਬਾਅਦ ਪੈਸੇ ਨੇ ਉਹਨੂੰ ਇੱਕ ਬਹੁਤ ਵੱਡੇ ਤਰੀਕੇ ਨਾਲ ਦੇਖਦੀ ਹੈ। ਬਟ ਜੇ ਮੈਂ ਆਈ ਵੀਜ਼ਾ ਇਮੀਗ੍ਰੇਸ਼ਨ ਦੀ ਗੱਲ ਕਰਾਂ, ਸਾਡੀ ਕੰਪਨੀ ਦੀ ਗੱਲ ਕਰਾਂ, ਤਾਂ ਜਦੋਂ ਵੀ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ ਤਾਂ ਸਾਡੀ ਕੋਈ ਵੀ ਚਾਰजेस ਨਹੀਂ ਹੈਗੇ। ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ, ਦੇ ਸਕਦੇ ਹੋ। ਤੁਸੀਂ ਜਿੰਨਾ ਤੁਹਾਡਾ ਐਕਚੁਅਲ ਖਰਚਾ ਹੈ ਕਿ ਫਾਈਲ ਦੇ ਵਿੱਚ ਸਟੈਪ ਬਾਏ ਸਟੈਪ ਖਰਚੇ ਬਾਅਦ ਤੁਸੀਂ ਸਾਨੂੰ ਸਾਡੀ ਫੀਸ ਦੇਣਾ ਚਾਹੁੰਦੇ ਹੋ, ਤੁਸੀਂ ਉਹ ਵੀ ਦੇ ਸਕਦੇ ਹੋ। ਤੁਹਾਡੇ ਕੋਲ ਸਾਰੇ ਆਪਸ਼ਨਸ ਅਵੇਲੇਬਲ ਹੈ ਜੀ। ਸੋ ਖਰਚਾ ਫੀਸ ਬਿਲਕੁਲ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇ ਸਕਦੇ ਹੋ। ਇੱਕ ਹੋਰ ਫੈਸਿਲਿਟੀ ਹੈ ਜਿਹੜੀ ਕਿ ਤੁਹਾਨੂੰ ਆਈ ਵੀਜ਼ਾ ਦੇ ਰਿਹਾ। ਫਿਰ ਵੇਟ ਕਿਸ ਗੱਲ ਦੀ, ਹੁਣੇ ਸਕਰੀਨ ਤੇ ਦਿਖ ਰਹੇ ਨੰਬਰਾਂ ਤੇ ਕੰਟੈਕਟ ਕਰੋ ਤੇ ਵਿਜ਼ਿਟ ਕਰੋ ਜੀ ਆਈ ਵੀਜ਼ਾ ਇਮੀਗ੍ਰੇਸ਼ਨ।